The Sahota Show is brought to you by Mahindra Jewelers and Fibertech. ਤਾਂ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਮਹਿੰਦਰਾ ਜੂਲਰਸ ਨੇ। ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ, ਜਿੱਥੋਂ ਕਿ ਤੁਸੀਂ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਖਰੀਦ ਸਕਦੇ ਹੋ। ਬਾਜ਼ਾਰ ਦੇ ਵਿੱਚ ਇਹੋ ਜਿਹੇ ਗਹਿਣੇ, ਇਹੋ ਜਿਹੇ ਡਿਜ਼ਾਈਨ ਕਿਤੇ ਹੋਰ ਜਿਹੜੇ ਆ ਨਹੀਂ ਮਿਲਦੇ। ਇਸ ਦੇ ਨਾਲ ਇਹਨਾਂ ਨੇ ਇੱਕ ਵਿਸ਼ੇਸ਼ ਆਫਰ ਚਲਾਈ ਹੋਈ ਹੈ ਕਿ ਤੁਸੀਂ 11 ਮਹੀਨੇ ਕੋਈ ਵੀ ਵੱਝਵੀਂ ਰਕਮ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ 19 ਕਿਸ਼ਤ ਕੋਲੋਂ ਭਰ ਕੇ ਤੁਹਾਨੂੰ ਤੁਹਾਡੀ ਮਨਪਸੰਦ ਦੇ ਗਹਿਣੇ ਜਿਹੜੇ ਆ ਜੀ ਉਹ ਦੇਣਗੇ। ਜਿਹਨਾਂ ਦਾ ਸ਼ੋਅਰੂਮ ਦੇਖਣ ਲਈ ਪਹੁੰਚੋ ਯੂਨਿਟ 332 8128 128 ਸਟਰੀਟ ਸਰੀ। ਅਤੇ ਜੇ WhatsApp 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਸੇਵ ਕਰ ਲਓ 604 916 1010। ਤੁਸੀਂ ਔਨਲਾਈਨ ਖਰੀਦਦਾਰੀ ਕਰ ਸਕਦੇ ਆ, ਖਰੀਦੇ ਹੋਏ ਗਹਿਣੇ ਤੁਹਾਡੇ ਘਰ ਪਹੁੰਚਾਏ ਜਾ ਸਕਦੇ ਆ। ਇਸ ਦੇ ਨਾਲ ਸਾਡੇ ਦੂਜੇ ਸਪਾਂਸਰ ਫਾਈਬਰਟੈਕ ਸਰੀ, ਵੈਨਕੂਵਰ, ਕੋਕਟਲਮ, ਇਹ 3 ਥਾਂ ਤੋਂ ਸੇਵਾਵਾਂ ਦੇ ਰਹੇ ਆ। ਨਵਾਂ ਘਰ ਬਣਾ ਰਹੇ ਆ, ਟਾਊਨ ਹਾਊਸ 'ਚ ਕਾਂਡੋ ਪ੍ਰੋਜੈਕਟ ਸ਼ੁਰੂ ਕੀਤਾ ਜਾਂ ਰੈਨੋਵੇਸ਼ਨ ਲਈ ਪਲੰਬਿੰਗ ਦਾ ਸਮਾਨ ਚਾਹੀਦਾ ਤਾਂ ਫਾਈਬਰਟੈਕ ਕੋਲ ਬਹੁਤ ਵੱਡੀ ਸਿਲੈਕਸ਼ਨ ਟੂਟੀਆਂ, ਟੱਬ, ਟੋਇਲਟਸ ਅਤੇ ਹੋਰ ਪਲੰਬਿੰਗ ਦੇ ਸਮਾਨ ਦੀ ਮੌਜੂਦ ਹੁੰਦੀ ਆ। ਆਲਾ ਬ੍ਰਾਂਡਸ ਰੱਖਦੇ ਆ ਇਹ, ਅਤੇ ਆਪਣੇ ਟੱਬ ਅਤੇ ਜਕੂਜ਼ੀ ਖੁਦ ਦੀ ਫੈਕਟਰੀ 'ਚ ਤਿਆਰ ਕਰਦੇ ਆ। ਅਤੇ ਇਸ ਫੈਕਟਰੀ 'ਚ ਕੰਮ ਕਰਨ ਦੇ ਵਾਸਤੇ ਇਹਨਾਂ ਨੂੰ ਵਰਕਰਾਂ ਦੀ ਵੀ ਲੋੜ ਆ ਅਤੇ ਨਾਲ ਦੀ ਨਾਲ ਡਿਲੀਵਰੀ ਡਰਾਈਵਰ ਵੀ ਚਾਹੀਦੇ ਆ। ਐਡਰੈਸ ਇਹਨਾਂ ਦਾ 8247 130 ਸਟਰੀਟ ਸਰੀ, ਫੋਨ 604 507 2199। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਰੋਨਾ ਦੇ ਵਾਧੇ ਬਾਰੇ। ਕੈਨੇਡਾ ਦੇ ਵਿੱਚ ਇਸ ਵੇਲੇ ਕਰੋਨਾ ਦੀ ਕੀ ਰਿਪੋਰਟ ਹੈਗੀ ਆ, ਕਰੋਨਾ ਵੈਕਸੀਨ ਬਾਰੇ ਕੀ ਗੱਲਾਂ ਬਾਤਾਂ ਚੱਲ ਰਹੀਆਂ। ਹੁਣ ਸੂਬੇ ਜਿਹੜੇ ਇੱਕ ਇੱਕ ਕਰਕੇ ਐਸਟਰਾਜ਼ੇਨੇਕਾ ਵੈਕਸੀਨ ਦੇ ਉੱਤੇ ਰੋਕ ਲਾ ਰਹੇ ਆ। ਇੱਕ ਸੰਸਥਾ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਆ ਕਿ ਕਰੋਨਾ ਜਿਹੜਾ ਆ ਉਹਦਾ ਫੈਲਾਅ ਰੋਕਿਆ ਜਾ ਸਕਦਾ ਸੀਗਾ। ਸਰਕਾਰਾਂ ਨੇ ਢਿੱਲ ਮੱਠ ਜਿਹੜੀ ਆ ਬਹੁਤ ਵਰਤੀ ਆ। ਇਸ ਦੇ ਨਾਲ ਹੀ ਜਿਹੜੇ ਸਰੀ ਦੇ ਵਿੱਚ 2 ਜਣੇ ਲੋਡਡ ਗਨ ਸਮੇਤ ਫੜੇ ਗਏ ਆ, ਉਹਨਾਂ ਦੀ ਗੱਲ ਕਰਾਂਗੇ। ਕੈਨੇਡਾ, ਅਮਰੀਕਾ ਦੇ ਵਿੱਚ ਮਹਿੰਗਾਈ ਜਿਹੜੀ ਆ ਉਹ ਆਪਣੇ ਰੰਗ ਦਿਖਾਉਣ ਲੱਗੀ ਆ। ਇਹ ਮਹਿੰਗਾਈ ਹੋਰ ਵਧੂਗੀ, ਇਹਦੇ ਬਾਰੇ ਚਰਚਾ ਕਰਾਂਗੇ। ਨਾਰਥ ਅਮਰੀਕਾ ਦੇ ਵਿੱਚ ਟਰੱਕ ਚਾਲਕਾਂ ਦੀ ਬਹੁਤ ਵੱਡੀ ਤੋੜ ਜਿਹੜੀ ਆ ਉਹ ਆਈ ਹੋਈ ਆ, ਅਤੇ ਇਹ ਤੋੜ ਜਿਹੜੀ ਹੈ ਗਾਂਹ ਵਧਣੀ ਆ। ਫਲਸਤੀਨ ਅਤੇ ਇਜ਼ਰਾਈਲ ਦੇ ਵਿੱਚ ਜੰਗ ਵਰਗਾ ਮਾਹੌਲ ਬਣ ਚੁੱਕਾ। ਮੌਤਾਂ ਦੀ ਗਿਣਤੀ ਜਿਹੜੀ ਉੱਥੇ ਲਗਾਤਾਰ ਵੱਧਦੀ ਜਾ ਰਹੀ ਆ। ਬਠਿੰਡੇ ਇੱਕ ਸਿਪਾਹੀ ਦੀ ਜਿਹੜੀ ਘਿਨਾਉਣੀ ਕਰਤੂਤ ਸਾਹਮਣੇ ਆਈ ਆ। ਉਹ ਲੋਕ ਜਿਹਨਾਂ ਨੇ ਕਿ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ, ਉਹ ਰੱਖਿਅਕ ਤੋਂ ਭੱਖਿਅਕ ਕਿਵੇਂ ਬਣਦੇ ਆ। ਭਾਰਤ ਅਤੇ ਪੰਜਾਬ ਤੋਂ ਕਰੋਨਾ ਦੀ ਕੋਈ ਜਾਣਕਾਰੀ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਮੁੜ ਤੁਹਾਡਾ ਨਿੱਘਾ ਸਵਾਗਤ ਆ। ਕੈਨੇਡਾ ਦੇ ਵਿੱਚ ਕਰੋਨਾ ਦੇ ਕੇਸ ਜਿਹੜੇ ਆ ਘਟਣ ਲੱਗੇ ਆ। ਜੇ ਗੱਲ BC ਦੀ ਕਰੀਏ ਤਾਂ BC ਦੇ ਵਿੱਚ ਇਹ ਜਿਹੜੇ ਮੰਗਲਵਾਰ ਜਾਰੀ ਅੰਕੜੇ ਆ ਉਹਨਾਂ ਦੇ ਹਿਸਾਬ ਨਾਲ ਸਿਰਫ 515 ਮਰੀਜ਼ ਜਿਹੜੇ ਆ ਉਹ ਕਰੋਨਾ ਦੇ ਆਏ ਆ, ਜਿਹੜੇ ਕਿ ਬਹੁਤ ਘੱਟ ਜਿਹੜੇ ਆ ਪਿਛਲੇ 1 ਮਹੀਨੇ ਦੇ ਵਿੱਚ ਦੱਸੇ ਜਾ ਰਹੇ ਆ। ਸੋ ਇਹਦਾ ਵੱਡਾ ਕਾਰਨ ਇਹੀ ਆ ਕਿ ਲੋਕ ਜਿਹੜੇ ਆ ਪਾਬੰਦੀਆਂ ਦੀ ਪਾਲਣਾ ਕਰਨ ਲੱਗੇ ਆ। ਸਰਕਾਰ ਨੇ ਜਿਹੜੀ ਸਖਤੀ ਕੀਤੀ ਸੀ ਉਹਨੂੰ ਸਮਝ ਰਹੇ ਆ। ਇਸ ਦੇ ਨਾਲ ਵੈਕਸੀਨੇਸ਼ਨ ਜਿਹੜੀ ਉਹ ਵੱਡੀ ਪੱਧਰ ਦੇ ਉੱਤੇ ਹੋ ਰਹੀ ਆ, ਅਤੇ ਨਾਲ ਦੀ ਨਾਲ ਜਿਹੜੀ ਸਰਕਾਰ ਆ ਉਹ ਹੋਰ ਤਰੀਕੇ ਵੀ ਵਰਤ ਰਹੀ ਆ ਕਿ ਜਿਨ੍ਹਾਂ ਕਮਿਊਨਿਟੀਜ਼ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਜ਼ਿਆਦਾ ਕਰੋਨਾ ਜਿਹੜੇ ਕੇਸ ਲੱਭਦੇ ਸੀਗੇ ਉੱਥੇ ਜਾ ਕੇ ਟੀਕਾਕਰਨ ਜਿਹੜਾ ਕੀਤਾ ਗਿਆ। ਸਰੀ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਵਿਸ਼ੇਸ਼ ਕੈਂਪ ਲਾਏ ਗਏ, ਉੱਥੇ ਇਕੱਠ ਜ਼ਿਆਦਾ ਹੋ ਗਿਆ। ਹੁਣ ਪ੍ਰਬੰਧਕ ਜਿਹੜੇ ਆ ਫਰੇਜ਼ਰ ਹੈਲਥ ਦੇ ਉਹ ਕੀ ਕਰ ਰਹੇ ਆ ਕਿ ਗੁਰਦੁਆਰਾ ਸਾਹਿਬ ਨੂੰ ਚੁਣ ਰਹੇ ਆ। ਉੱਥੇ ਜਾ ਕੇ ਉਹ ਬਿਨਾਂ ਜਿਹੜਾ ਕਹਿ ਲਓ ਵੀ ਜ਼ਿਆਦਾ ਰੌਲੀ ਪਾਇਆ ਉੱਥੋਂ ਦੀ ਜਿਹੜੀ ਸੰਗਤ ਆ ਉਹਨਾਂ ਦੇ ਟੀਕਾਕਰਨ ਜਿਹੜਾ ਕਰ ਰਹੇ ਆ। ਵੀਕਐਂਡ ਦੇ ਉੱਤੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਟੀਕਾਕਰਨ ਹੋਇਆ। ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਵੀ ਟੀਕਾਕਰਨ ਹੋਇਆ ਅਤੇ ਹੋਣ ਜਾ ਰਿਹਾ ਆ। ਸੋ ਇਸ ਤਰ੍ਹਾਂ ਨਿਊਟਨ, ਫਰੀਦਕੋਟ, ਗਿਲਫੋਰਡ ਅਤੇ ਕੁਝ ਹੋਰ ਇਲਾਕੇ, ਕਲੋਵਰਡੇਲ, ਜਿੱਥੇ ਕਿ ਕਰੋਨਾ ਦਾ ਜ਼ਿਆਦਾ ਪ੍ਰਭਾਵ ਸੀਗਾ, ਉੱਥੇ ਟੀਕਾਕਰਨ ਕਰਕੇ ਇਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਦੇ ਨਾਲ ਹੀ BC ਦੇ ਵਿੱਚ ਇਹ ਹੁਣ ਗੱਲ ਜ਼ੋਰ ਫੜ ਗਈ ਆ ਕਿ ਅੰਟਾਰੀਓ, ਇਸ ਦੇ ਨਾਲ ਅਲਬਰਟਾ, ਸਸਕੈਚੁਅਨ ਨੇ ਐਸਟਰਾਜ਼ੇਨੇਕਾ ਵੈਕਸੀਨ ਲਾਉਣ ਦੇ ਉੱਤੇ ਰੋਕ ਲਾ ਦਿੱਤੀ ਆ। BC ਦੇ ਵਿੱਚ ਰੋਕ ਜਿਹੜੀ ਆ ਕਦੋਂ ਲਾਈ ਜਾਣੀ ਆ, ਲੋਕਾਂ ਦੇ ਵਿੱਚ ਕਾਫੀ ਦਿਲਚਸਪੀ ਆ। ਇਹ ਵੀ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਕਿ ਜਿਨ੍ਹਾਂ ਨੇ ਪਹਿਲਾਂ ਐਸਟਰਾਜ਼ੇਨੇਕਾ ਵੈਕਸੀਨ ਲਵਾਇਆ ਉਹ ਦੂਜਾ ਵੈਕਸੀਨ ਵੀ ਜ਼ਰੂਰੀ ਨਹੀਂ ਕਿ ਐਸਟਰਾਜ਼ੇਨੇਕਾ ਦਾ ਲਵਾਉਣਾ, ਉਹ ਕੋਈ ਹੋਰ ਵੀ ਲਵਾ ਸਕਦੇ ਆ। ਪਰ ਜਦੋਂ ਯੂਰਪ ਦੇ ਵਿੱਚ ਇਹ ਪਾਬੰਦੀ ਲਾ ਦਿੱਤੀ ਗਈ ਸੀਗੀ
ਉਸ ਤੋਂ ਬਾਅਦ ਦੇ ਵਿੱਚ ਵਿਗਿਆਨੀ ਜਿਹੜੇ ਕੈਨੇਡਾ ਦੇ ਉਹ ਕਹਿ ਰਹੇ ਸੀਗੇ ਕਿ ਐਸਟਰਾਜ਼ੇਨੇਕਾ ਵੈਕਸੀਨ ਲਾਉਣ ਦੇ ਉੱਤੇ ਹਾਲ ਦੀ ਘੜੀ ਰੋਕ ਲਾ ਲੈਣੀ ਚਾਹੀਦੀ ਆ। ਉਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਮੁੱਖ ਸਿਹਤ ਅਧਿਕਾਰੀ ਡਾਕਟਰ ਥਰੀਸਾ ਟੈਮ ਜਿਹੜੇ ਆ ਉਹ ਬਜੈਦ ਰਹੇ ਕਿ ਇਹ ਵੈਕਸੀਨ ਬੜਾ ਸੇਫ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਹੁਣ ਜਦੋਂ ਸੂਬੇ ਜਿਹੜੇ ਆ ਉਹ ਅੱਗੇ ਆ ਕੇ ਇਹਨੂੰ ਰੋਕਣ ਲੱਗੇ ਆ ਤਾਂ ਲੋਕਾਂ ਦੇ ਵਿੱਚ ਜਿਹੜੀ ਬੇਚੈਨੀ ਹੋਣੀ ਆ ਉਹ ਸੁਭਾਵਿਕ ਹੀ ਆ ਕਿ ਇਹ ਕਿਉਂ ਹੋ ਰਿਹਾ ਇਹੋ ਜਿਹਾ। ਸੋ ਹੁਣ ਐਸਟਰਾਜ਼ੇਨੇਕਾ ਵੈਕਸੀਨ ਦਾ ਭਵਿੱਖ ਜਿਹੜਾ ਕੈਨੇਡਾ ਦੇ ਵਿੱਚ ਕੋਈ ਬਹੁਤਾ ਨਹੀਂ ਲੱਗਦਾ। ਕੁਝ ਵੈਕਸੀਨ ਜਿਹੜੇ ਉਹ ਆਏ ਹੋਏ ਆ, ਕੁਝ ਹੋਰ ਜਿਹੜੇ ਇਹਨਾਂ ਨੇ ਖਰੀਦੇ ਹੋਏ ਆ ਉਹ ਆ ਜਾਣੇ ਆ, ਉਹਨਾਂ ਦੀ ਵਰਤੋਂ ਜਿਹੜੀ ਆ ਉਹ ਹੋਊਗੀ ਕਿ ਨਹੀਂ, ਇਹਦੇ ਉੱਤੇ ਹੁਣ ਸਵਾਲੀਆ ਚਿੰਨ੍ਹ ਜਿਹੜਾ ਆ ਲੱਗ ਚੁੱਕਾ ਆ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਹੁਣ ਬਹੁਤੇ ਜਿਹੜੇ ਟੀਕੇ ਆ ਉਹ ਫਾਈਜ਼ਰ ਅਤੇ ਮੋਡਰਨਾ ਦੇ ਹੀ ਲੱਗਣਗੇ, ਕਿਉਂਕਿ ਇੱਕ ਇੱਕ ਕਰਕੇ ਜਿਹੜੇ ਸੂਬੇ ਆ ਉਹ ਐਸਟਰਾਜ਼ੇਨੇਕਾ ਨੂੰ ਨਾ ਜਿਹੜੀ ਆ ਉਹ ਕਰ ਰਹੇ ਆ। ਇਸੇ ਦੌਰਾਨ BC ਸਰਕਾਰ ਨੇ ਇੱਕ ਹੋਰ ਜਿਹੜਾ ਐਲਾਨ ਕੀਤਾ, ਉਹ ਕਹਿੰਦੇ ਵੀ ਜਿਹਨਾਂ ਲੋਕਾਂ ਨੂੰ ਕਰੋਨਾ ਦੀ ਉਲੰਘਣਾ ਕਾਰਨ ਜੁਰਮਾਨੇ ਹੋਏ ਸੀਗੇ, ਜੇ ਉਹ ਲੋਕ ਜਿਹੜੇ ਆਪਣੇ ਜੁਰਮਾਨੇ ਨਹੀਂ ਭਰਦੇ, ਉਹਨਾਂ ਨੂੰ ਲੱਗੂਗਾ ਸਾਡੇ ਤੋਂ ਕਿੱਥੋਂ ਲੈ ਲੈਣੇ ਇਹਨਾਂ ਨੇ, ਉਹਨਾਂ ਦੇ ਡਰਾਈਵਰ ਲਾਇਸੈਂਸ ਨਹੀਂ ਰੀਨਿਊ ਕੀਤੇ ਜਾਣਗੇ ਅਤੇ ਨਾ ਹੀ ਉਹਨਾਂ ਦਾ ਜਿਹੜਾ ਵਹੀਕਲ ਦਾ ਲਾਇਸੈਂਸ ਹੈਗਾ ਆ ਉਹ ਰੀਨਿਊ ਕੀਤਾ ਜਾਊਗਾ। ਸੋ ਕਹਿੰਦੇ 1 ਜੁਲਾਈ ਤੋਂ ਜਿਹੜਾ ਆ ਇਹ ਪਾਬੰਦੀਆਂ ਜਿਹੜੀਆਂ ਉਹ ਇਫੈਕਟ ਦੇ ਵਿੱਚ ਆ ਜਾਣਗੀਆਂ। ਕਾਨੂੰਨ ਜਿਹੜਾ ਇਸ ਸੰਬੰਧੀ ਬਕਾਇਦਾ ਪਾਸ ਹੋ ਜਾਊਗਾ। ਸੂਬੇ ਦੇ ਜਿਹੜੇ ਜਨਤਕ ਸੁਰੱਖਿਆ ਮੰਤਰੀ ਆ ਮਾਈਕ ਫਾਰਨਵਰਥ, ਸੋਲਿਸਿਟਰ ਜਨਰਲ ਵੀ ਉਹੀ ਨੇ, ਉਹ ਕਹਿੰਦੇ ਵੀ ਇਹ ਭੁੱਲ ਜਾਓ ਕਿ ਜਿਹੜੇ ਅਸੀਂ ਸਜ਼ਾਵਾਂ ਦਿੱਤੀਆਂ, ਜੁਰਮਾਨੇ ਦਿੱਤੇ ਆ ਵੀ ਅਸੀਂ ਵਸੂਲਾਂਗੇ ਨਹੀਂ, ਅਤੇ ਇਹ ਤਰੀਕੇ ਵਰਤ ਕੇ ਜਿਹੜੇ ਆ ਜਿਨ੍ਹਾਂ ਨੂੰ ਜੁਰਮਾਨੇ ਹੋਏ ਆ ਉਹ ਤਾਂ ਭਰਨੇ ਹੀ ਪੈਣਗੇ। ਇਸੇ ਦੌਰਾਨ ਇੱਕ ਸੰਸਥਾ ਹੈਗੀ ਆ ਦਾ ਇੰਡੀਪੈਂਡੈਂਟ ਪੈਨਲ ਫॉर ਪੈਂਡੈਮਿਕ ਪ੍ਰੀਪੇਅਰਡਨੈਸ ਐਂਡ ਰਿਸਪੌਂਸ, ਉਹਨਾਂ ਦੀ ਇੱਕ ਜਿਹੜੀ ਰਿਪੋਰਟ ਆ ਉਹ ਉਡੀਕੀ ਜਾ ਰਹੀ ਸੀਗੀ ਕਿ ਉਹ ਜਿਹੜਾ ਕੀ ਕਹਿ ਰਿਹਾ ਕਰੋਨਾ ਬਾਰੇ, ਵੀ ਜਿਹੜਾ ਕਰੋਨਾ ਇੰਨੀ ਦੁਨੀਆ 'ਚ ਫੈਲ ਗਿਆ ਇਹਦੇ ਪਿੱਛੇ ਕੌਣ ਵੱਡੀ ਤੌਰ ਦੇ ਉੱਤੇ ਦੋਸ਼ੀ ਹੈਗਾ ਆ। ਸੋ ਜਿਹੜੀ ਲੌਂਗ ਵੇਟਡ ਰਿਪੋਰਟ ਸੀਗੀ ਇਹ ਫਾਈਨਲੀ ਆ ਚੁੱਕੀ ਆ। ਉਹਨਾਂ ਨੇ ਕਿਹਾ ਕਿ ਕਈ ਕੁਛ ਰਲ ਗਿਆ ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਇਹ ਕਰੋਨਾ ਜਿਹੜਾ ਆ ਬੜੀ ਤੇਜ਼ੀ ਦੇ ਨਾਲ ਫੈਲ ਗਿਆ। ਕਿ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਜਿਹੜੇ ਵਾਰਨਿੰਗ ਸਾਈਨ ਸੀਗੇ ਉਹ ਸਰਕਾਰਾਂ ਨੇ, ਪ੍ਰਸ਼ਾਸਨਾਂ ਨੇ ਅਣਗੌਲ ਦਿੱਤੇ। ਕਹਿੰਦੇ ਜਦੋਂ ਦਸੰਬਰ 2019 ਦੇ ਵਿੱਚ ਚੀਨ ਦੇ ਸ਼ਹਿਰ ਵੂਹਾਨ ਦੇ ਵਿੱਚ ਇਹ ਮਹਾਮਾਰੀ ਦੇ ਰੂਪ 'ਚ ਸਾਹਮਣੇ ਆਇਆ, ਉਦੋਂ ਵੀ ਜਿਹੜੀਆਂ ਫਲਾਈਟਸ ਆ ਉਹ ਬੰਦ ਨਹੀਂ ਕੀਤੀਆਂ ਗਈਆਂ। ਪੂਰੀ ਦੁਨੀਆ ਦੇ ਲੋਕ ਜਿਹੜੇ ਆ ਉਹ ਚੀਨ ਵਿੱਚ ਆਉਂਦੇ ਜਾਂਦੇ ਰਹੇ, ਜਦੋਂ ਕਿ ਸਰਕਾਰਾਂ ਜਿਹੜੀਆਂ ਆ ਅਜਿਹੀਆਂ ਐਮਰਜੈਂਸੀਜ਼ ਤੋਂ ਬਚਣ ਲਈ ਪਹਿਲੇ ਪ੍ਰਬੰਧ ਕਰਕੇ ਰੱਖਦੀਆਂ। ਆਲਰੇਡੀ ਇਹਦੇ ਸੰਬੰਧੀ ਵਿਸ਼ੇਸ਼ ਜਿਹੜੇ ਵਿਭਾਗ ਬਣੇ ਹੋਏ ਆ ਸਰਕਾਰਾਂ ਦੇ, ਉਹ ਅੱਡ-ਅੱਡ ਸਮੇਂ ਸਰਕਾਰਾਂ ਨੂੰ ਜਾਣੂ ਕਰਾਉਂਦੇ ਰਹਿੰਦੇ ਆ। ਬਕਾਇਦਾ ਪ੍ਰੋਟੋਕੋਲ ਆ ਕਿ ਜੇ ਕਿਤੇ ਦੁਨੀਆ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਬਣ ਜਾਵੇ ਤਾਂ ਕਿਹੜੇ-ਕਿਹੜੇ ਮੁਲਕ ਦੀ ਸਰਕਾਰ ਨੇ ਕਿੱਦਾਂ ਰਿਐਕਟ ਕਰਨਾ, ਉਹ ਕੋਈ ਵੀ ਪ੍ਰੋਟੋਕੋਲ ਜਿਹੜਾ ਫੋਲੋ ਨਹੀਂ ਕੀਤਾ ਗਿਆ, ਇਗਨੋਰ ਕੀਤਾ ਗਿਆ ਸਾਰਾ ਕੁਛ। ਲੋਕ ਚੀਨ ਨੂੰ ਜਾਈ ਗਏ, ਲੋਕ ਚੀਨ ਤੋਂ ਆਈ ਗਏ। ਸਿੱਟਾ ਇਹ ਹੋਇਆ ਕਿ ਉਹ ਵਾਇਰਸ ਜਿਹੜਾ ਕਿ ਸ਼ਹਿਰ ਦੇ ਵਿੱਚ ਖਤਮ ਕੀਤਾ ਜਾ ਸਕਦਾ ਸੀਗਾ, ਉਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਫੈਲ ਗਿਆ। ਅਤੇ ਇਹਦੇ ਵਿੱਚ ਸਰਕਾਰਾਂ ਦੀ ਬਹੁਤ ਵੱਡੀ ਜਿਹੜੀ ਅਣਗਹਿਲੀ ਉਹ ਜ਼ਿੰਮੇਵਾਰ ਹੈਗੀ ਆ ਜੀ। ਇਸ ਰਿਪੋਰਟ ਦੇ ਵਿੱਚ ਇੱਕ ਗੱਲ ਤੇ ਹੋਰ ਜਿਹੜੀ ਚਿੰਤਾ ਪ੍ਰਗਟਾਈ ਗਈ ਉਹ ਇਹ ਆ ਕਿ ਚਲੋ ਸਰਕਾਰਾਂ ਦੀ ਅਣਗਹਿਲੀ ਕਾਰਨ ਜਿਹੜੇ ਪ੍ਰੋਟੋਕੋਲ ਨਹੀਂ ਫੋਲੋ ਕੀਤੇ ਜਾਂ ਹੋਰ ਕਾਰਨਾਂ ਕਰਕੇ ਕਰੋਨਾ ਫੈਲ ਗਿਆ। ਉਹ ਕਹਿੰਦੇ ਹੁਣ ਜਿਹੜਾ ਦੁਨੀਆ ਨੂੰ ਨੋਰਮਲ ਕਰਨਾ ਆ ਉਹਦੇ ਵਾਸਤੇ ਜ਼ਰੂਰੀ ਆ ਕਿ ਪੂਰੀ ਦੁਨੀਆ ਦੇ ਵਿੱਚ ਵੈਕਸੀਨੇਸ਼ਨ ਹੋਵੇ। ਪਰ ਹੁਣ ਇਹਦੀ ਵੀ ਕਾਲਾਬਾਜ਼ਾਰੀ ਜਿਹੜੀ ਆ ਹੋ ਰਹੀ ਆ। ਉਹ ਕਹਿੰਦੇ ਵੀ ਜਿਹੜੇ ਅਮੀਰ ਮੁਲਕ ਆ ਉਹਨਾਂ ਨੇ ਆਪਣੀ ਜਿਹੜੀ ਆਬਾਦੀ ਆ ਉਹਨਾਂ ਦੇ ਟੀਕਾਕਰਨ ਸ਼ੁਰੂ ਕੀਤਾ ਹੋਇਆ। ਬਹੁਤ ਮੁਲਕ ਨੇ ਜਿਨ੍ਹਾਂ ਨੇ ਕਿ ਕਰ ਸਕੇ ਯੂਰਪ, ਨਾਰਥ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਦੀ ਅੱਧੇ ਤੋਂ ਵੱਧ ਵਸੋਂ ਹੈਗੀ ਆ, ਉਹਨਾਂ ਦੇ ਟੀਕਾਕਰਨ ਹੋ ਚੁੱਕਾ ਆ। ਉਹਨਾਂ ਕੋਲ ਇੰਨੇ ਕੁ ਟੀਕੇ ਮੌਜੂਦ ਆ ਕਿ ਉਹ 2 ਵਾਰੀ ਟੀਕੇ ਜਿਹੜੇ ਆ ਲੱਗ ਸਕਦੇ ਆ ਜਿੰਨੇ ਕੁ ਉਹਨਾਂ ਨੂੰ ਚਾਹੀਦੇ ਆ। ਪਰ ਇਸ ਦੇ ਬਾਵਜੂਦ ਜਿਹੜੇ ਆ ਟੀਕਾਕਰਨ ਦੇ ਵਾਸਤੇ ਹੋਰ ਮੁਲਕਾਂ ਨੂੰ ਟੀਕੇ ਨਹੀਂ ਦਿੱਤੇ ਜਾ ਰਹੇ। ਉਹ ਕਹਿੰਦੇ ਹਜੇ 125 ਮੁਲਕ ਇਹੋ ਜਿਹੇ ਆ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਕਿ ਟੀਕਿਆਂ ਦੀ ਵੱਡੀ ਲੋੜ ਹੈਗੀ, ਤਾਂ ਉੱਥੇ ਹਜੇ ਟੀਕੇ ਲੱਗਣੇ ਸ਼ੁਰੂ ਵੀ ਨਹੀਂ ਹੋਏ। ਕਹਿੰਦੇ ਜਿੰਨਾ ਚਿਰ ਸਾਰੀ ਦੁਨੀਆ ਦੇ ਵਿੱਚ ਟੀਕਾਕਰਨ ਸ਼ੁਰੂ ਨਹੀਂ ਹੁੰਦਾ, ਲੋਕ ਬਚਦੇ ਨਹੀਂ, ਉਨਾ ਚਿਰ ਤਾਂ ਕਰੋਨਾ ਇੱਕ ਥ੍ਰੈਟ ਰਹਿਣੀ ਹੈ। ਸੋ ਇਹ ਦੁਨੀਆ ਨੋਰਮਲ ਕਿਵੇਂ ਹੋ ਸਕਦੀ ਹੈ, ਕਿਉਂਕਿ ਉਹ ਜਾਂ ਤਾਂ 125 ਮੁਲਕ ਪੂਰੀ ਦੁਨੀਆ ਨਾਲੋਂ ਅੱਡ ਰਹਿਣਗੇ। ਅਦਰਵਾਈਜ਼ ਜੇ ਉਹਨਾਂ ਮੁਲਕਾਂ ਵਿੱਚੋਂ ਕੋਈ ਵੀ ਯੂਰਪ ਦੇ ਵਿੱਚ ਜਾਂ ਨਾਰਥ ਅਮਰੀਕਾ 'ਚ ਆਉਂਦਾ ਤਾਂ ਉਹ ਬਿਮਾਰੀ ਲਿਆ ਸਕਦਾ ਆ, ਇੱਥੇ ਨਵੇਂ ਵੇਰੀਐਂਟ ਪੈਦਾ ਹੋ ਸਕਦੇ ਆ, ਤਾਂ ਉਹ ਖਤਰਾ ਹੀ ਖਤਰਾ ਆ। ਇਸ ਕਰਕੇ ਕਹਿੰਦੇ ਵੀ ਜਿਹੜੇ ਵੱਡੇ ਮੁਲਕ ਆ, ਅਮੀਰ ਮੁਲਕ ਆ, ਉਹਨਾਂ ਨੂੰ ਇਸ ਵੇਲੇ ਗਰੀਬ ਮੁਲਕਾਂ ਦੀ ਜਿਹੜੀ ਮਦਦ ਕਰਨੀ ਚਾਹੀਦੀ ਆ। ਉਹਨਾਂ ਨੂੰ ਵੈਕਸੀਨ ਜਿਹੜੇ ਭੇਜਣੇ ਚਾਹੀਦੇ ਆ, ਨਾ ਕਿ ਇਹਨਾਂ ਨੂੰ ਰੋਕ ਕੇ ਜਿਹੜਾ ਰੱਖਣਾ ਚਾਹੀਦਾ ਆ। ਇਸੇ ਦੌਰਾਨ ਸਰੀ ਦੇ ਵਿੱਚ ਜਿਹੜੇ ਗੈਂਗ ਹਿੰਸਾ ਤੋਂ ਬਾਅਦ ਪੁਲਿਸ ਨੇ ਥੋੜ੍ਹੀ ਸਖਤੀ ਕਰਨੀ ਸ਼ੁਰੂ ਕੀਤੀ ਆ। ਸਰੀ RCMP ਦਾ ਕਹਿਣਾ ਹੈ ਕਿ ਉਹਨਾਂ ਨੇ ਸਰੀ ਦੇ ਵਿੱਚ 82 ਐਵਨਿਊ ਅਤੇ ਸਕਾਟ ਰੋਡ ਦੇ ਕੋਲ ਇੱਕ ਜੋੜੇ ਨੂੰ ਘੇਰ ਕੇ ਜਿਹੜਾ ਜਦੋਂ ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਇੱਕ ਲੋਡਡ ਜਿਹੜੀ ਹੈਂਡਗਨ, ਇਸ ਦੇ ਨਾਲ ਵੇਚਣ ਲਈ ਰੱਖੀ ਹੋਈ ਡਰੱਗ ਅਤੇ ਕੁਝ ਨਗਦੀ ਜਿਹੜੀ ਆ ਉਹ ਬਰਾਮਦ ਹੋਈ ਆ। ਪੁਲਿਸ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ ਇਹ ਜਿਹੜਾ ਜੋੜਾ ਸੀਗਾ ਗੱਡੀ ਵਿੱਚ ਜਾ ਰਿਹਾ
ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਹ ਰੋਕੇ ਨਹੀਂ, ਇਹ ਭੱਜੇ। ਉਸ ਤੋਂ ਬਾਅਦ ਪੁਲਿਸ ਦੀਆਂ ਕਾਰਾਂ ਅਤੇ ਹੈਲੀਕਾਪਟਰ ਦੀ ਮਦਦ ਦੇ ਨਾਲ ਇਹਨਾਂ ਨੂੰ ਸਕਾਟ ਰੋਡ ਅਤੇ 82 ਐਵਨਿਊ ਦੇ ਲਾਗੇ ਰੋਕਿਆ ਗਿਆ। ਜਦੋਂ ਗੱਡੀ ਤਲਾਸ਼ੀ ਲਈ ਗਈ ਤਾਂ ਇਤਰਾਜ਼ਯੋਗ ਸਮਾਨ ਜਿਹੜਾ ਆ ਇਹਨਾਂ ਦੀ ਗੱਡੀ ਦੇ ਵਿੱਚੋਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਜਿਹੜੀ ਇਹ ਔਰਤ ਆ ਇਹਦੇ ਉੱਤੇ ਪਹਿਲਾਂ ਵੀ ਕਈ ਵਾਰੀ ਚਾਰਜਸ ਲੱਗੇ ਆ, ਇਹਦਾ ਰਿਕਾਰਡ ਜਿਹੜਾ ਆ ਸ਼ੱਕੀ ਹੈਗਾ ਆ। ਅਤੇ ਦੂਜੇ ਪਾਸੇ ਜਿਹੜਾ ਵਿਅਕਤੀ ਨਾਲ ਫੜਿਆ ਗਿਆ ਆ ਉਹਦਾ ਕੋਈ ਖਾਸ ਜਿਹੜਾ ਐਡਾ ਰਿਕਾਰਡ ਨਹੀਂ ਹੈਗਾ। ਔਰਤ ਨੂੰ ਚਾਰਜ ਕਰ ਲਿਆ ਗਿਆ ਆ, ਜਿਹੜਾ ਨਾਲ ਫੜਿਆ ਗਿਆ ਮਰਦ ਆ ਉਹਨੂੰ ਕੰਡੀਸ਼ਨਾਂ ਦੇ ਉੱਤੇ ਛੱਡ ਦਿੱਤਾ ਗਿਆ ਆ, ਹਾਲੇ ਚਾਰਜ ਜਿਹੜਾ ਆ ਉਹ ਨਹੀਂ ਕੀਤਾ ਗਿਆ। ਸੋ ਇਹੀ ਗੱਲਾਂ ਆ ਕਿ ਜਿਹਦਾ ਕਰਕੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਆ ਕਿ ਜਦੋਂ ਕਿਸੇ ਕੋਲ ਭਰੀ ਹੋਈ ਗਨ ਜਿਹੜੀ ਆ ਗੱਡੀ ਦੇ ਵਿੱਚੋਂ ਮਿਲਦੀ ਆ ਤਾਂ ਉਹਦੇ ਨਾਲ ਬਹੁਤ ਨਰਮਾਈ ਦੇ ਨਾਲ ਜਿਹੜਾ ਵਰਤਾਅ ਕੀਤਾ ਜਾਂਦਾ ਆ। ਪਹਿਲੀ ਗੱਲ ਤਾਂ ਉਹਨੂੰ ਚਾਰਜ ਨਹੀਂ ਕੀਤਾ ਜਾਂਦਾ, ਜੇ ਚਾਰਜ ਕਰ ਲਿਆ ਤਾਂ ਉਹਨੂੰ ਛੇਤੀ ਜ਼ਮਾਨਤ ਦੇ ਦਿੱਤੀ ਜਾਂਦੀ ਆ। ਕੇਸ ਜਿਹੜੇ ਲੰਮਾ ਸਮਾਂ ਚੱਲਦੇ ਨਹੀਂ, ਉਹੀ ਲੋਕ ਜਿਹੜੇ ਆ ਮੁੜ ਮੁੜ ਕੇ ਸਟਰੀਟਸ ਦੇ ਉੱਤੇ ਡਰੱਗ ਵੀ ਵੇਚਦੇ ਰਹਿੰਦੇ ਆ ਅਤੇ ਨਾਲ ਦੀ ਨਾਲ ਜਿਹੜਾ ਅਸਲਾ ਲੈ ਕੇ ਉਹ ਵੀ ਘੁੰਮਦੇ ਰਹਿੰਦੇ ਆ। ਸ਼ਾਇਦ ਇਹੀ ਕਾਰਨ ਹੈ ਕਿ ਲੋਕ ਜਿਹੜੇ ਸਖਤ ਕਾਨੂੰਨਾਂ ਦੀ ਜਿਹੜੀ ਆ ਉਹ ਮੰਗ ਕਰ ਰਹੇ ਆ ਕਿ ਜੇ ਕਿਸੇ ਦੀ ਗੱਡੀ ਵਿੱਚੋਂ ਸ਼ਰਾਬ ਦੀ ਬੋਤਲ ਫੜੀ ਜਾਵੇ ਉਹਦੇ ਵਾਸਤੇ ਕਾਨੂੰਨ ਸਖਤ ਆ, ਅਤੇ ਜੇ ਕੋਈ ਗਨ ਫੜੀ ਜਾਂਦੀ ਆ ਤਾਂ ਉਹ ਅਤੇ ਉਹਦੇ ਸਾਥੀ ਜਿਹੜੇ ਆ ਉਹ ਸੌਖੇ ਛੁੱਟ ਜਾਂਦੇ ਆ। ਇਸ ਦੇ ਨਾਲ ਹੀ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀ ਹੁਣ ਗੱਲ ਨਵੀਂ ਚਰਚਾ ਜ਼ੋਰ ਫੜ ਰਹੀ ਆ, ਪਹਿਲਾਂ ਤਾਂ ਇਹ ਸੀ ਕਿ ਘਰਾਂ ਦੀਆਂ ਕੀਮਤਾਂ ਜਿਹੜੀਆਂ ਜੀ ਉਹ ਬਹੁਤ ਵੱਧ ਗਈਆਂ। ਸੋ ਘਰਾਂ ਦੀਆਂ ਕੀਮਤਾਂ ਨੇ ਲੋਕਾਂ ਦਾ ਤਰਾਹ ਕੱਢੀ ਰੱਖਿਆ। ਪੂਰੇ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੀਆਂ ਮਲਟੀਪਲ ਆਫਰਸ ਇਸ ਵੇਲੇ ਚੱਲ ਰਹੀਆਂ ਆ। ਕਰੋਨਾ ਤੋਂ ਬਾਅਦ ਇੱਦਾਂ ਲੱਗਾ ਜਿਵੇਂ ਕਿ ਲੋਕਾਂ ਕੋਲ ਪਤਾ ਨਹੀਂ ਕਿੰਨਾ ਕੁ ਪੈਸਾ ਆ ਗਿਆ ਜਾਂ ਕਿੰਨੀ ਕੁ ਲੋੜ ਸੀਗੀ, ਉਹਨਾਂ ਨੇ ਧੜਾ ਧੜ ਘਰ ਖਰੀਦਣੇ ਸ਼ੁਰੂ ਕਰਤੇ, ਕੀਮਤਾਂ ਜਿਹੜੀਆਂ ਸਮਾਨ ਛੂਹਣ ਲੱਗ ਪਈਆਂ। ਹੁਣ ਉਸ ਤੋਂ ਬਾਅਦ ਜਿਹੜੀ ਨਵੀਂ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ। ਇਹ ਆਪਣੇ ਆਪ ਮਹਿੰਗੀਆਂ ਹੋ ਗਈਆਂ ਜਾਂ ਕੀਤੀਆਂ ਜਾ ਰਹੀਆਂ ਆ, ਇਹਦੇ ਪਿੱਛੇ ਵੀ ਬਹੁਤ ਸਾਰੀਆਂ ਜਿਹੜੀਆਂ ਧਾਰਨਾਵਾਂ ਚੱਲ ਰਹੀਆਂ ਆ। ਸਭ ਤੋਂ ਵੱਡੀ ਗੱਲ ਤਾਂ ਇਸ ਵੇਲੇ ਲੰਬਰ ਜਾਣੀ ਕਿ ਜਿਹੜੀ ਲੱਕੜ ਹੈਗੀ ਆ ਨਾਰਥ ਅਮਰੀਕਾ ਦੇ ਵਿੱਚ ਉਹ ਸੋਨੇ ਦੇ ਭਾਅ ਵਿਕ ਰਹੀ ਆ। ਲੰਬਰ ਦੀਆਂ ਕੀਮਤਾਂ ਜਿਹੜੀਆਂ ਤਕਰੀਬਨ ਦੁੱਗਣੀਆਂ ਤਿੱਗਣੀਆਂ ਹੋ ਗਈਆਂ ਆ, ਜਿਹਦੇ ਕਰਕੇ ਘਰਾਂ ਦੀ ਉਸਾਰੀ ਜਿਹੜੀ ਆ ਉਹ ਬਹੁਤ ਮਹਿੰਗੀ ਹੋ ਗਈ ਆ। ਇਕੱਲੀ ਲੱਕੜ ਨਹੀਂ, ਐਲੂਮੀਨੀਅਮ ਜਿਹੜੀ ਚੀਨ ਤੋਂ ਆ ਰਹੀ ਸੀਗੀ ਉਹਦੇ ਉੱਤੇ ਰੋਕ ਲਾਈ ਹੋਈ ਆ, ਉਹ ਬਹੁਤ ਥੋੜ੍ਹੀ ਆ ਰਹੀ ਆ, ਉਹ ਸ਼ਾਰਟੇਜ ਆ। ਘਰਾਂ ਦੇ ਵਿੱਚ ਪੈਣ ਵਾਲੀਆਂ ਬਿਜਲੀ ਦੀਆਂ ਤਾਰਾਂ ਦੀ ਕੀਮਤ ਜਿਹੜੀ ਆ ਉਹ ਵੀ ਦੁੱਗਣੇ ਤੋਂ ਵੱਧ ਗਈ ਆ। ਇਸ ਤਰ੍ਹਾਂ ਹੋਰ ਸਮਾਨ ਜਿਹੜਾ ਘਰ ਦੀ ਵਰਤੋਂ 'ਚ ਆਉਂਦਾ ਆ, ਜਿਹੜਾ ਕਿ ਬਣਾਉਣ ਲਈ ਵਰਤਿਆ ਜਾਂਦਾ, ਉਹਦੇ ਵਿੱਚ ਤਕਰੀਬਨ 15% ਤੋਂ ਲੈ ਕੇ 25% ਦਾ ਵਾਧਾ ਹੋ ਗਿਆ। ਇੱਥੋਂ ਤੱਕ ਕਿ ਜਿਹੜਾ ਸਮਾਨ ਚੀਨ ਤੋਂ ਆ ਰਿਹਾ, ਬਹੁਤ ਸਾਰਾ ਸਮਾਨ ਜਿਹੜਾ ਇਹੋ ਜਿਹਾ ਜਿਹੜਾ ਚੀਨ ਤੋਂ ਮੰਗਾ ਕੇ ਇੱਥੇ ਵੇਚਿਆ ਜਾਂਦਾ, ਇੱਥੇ ਉਨੀ ਪ੍ਰੋਡਕਸ਼ਨ ਹੀ ਨਹੀਂ ਹੁੰਦੀ, ਜੇ ਪ੍ਰੋਡਕਸ਼ਨ ਕਰਦੇ ਵੀ ਹੈ ਤਾਂ ਮਹਿੰਗਾ ਬਹੁਤ ਪੈਂਦਾ। ਉਹ ਚੀਨ ਦੇ ਸਮਾਨ ਦਾ ਇੱਕ ਕੰਟੇਨਰ ਕਦੀ $1700-1800 ਨੂੰ ਕਿਰਾਇਆ ਜਿਹੜਾ ਉਹਦਾ ਆ ਰਿਹਾ ਸੀਗਾ, ਉਹ ਹੁਣ ਉਹ ਕਿਰਾਇਆ ਵਧਾ ਕੇ $8-9,000 ਤੱਕ ਵੀ ਕਰ ਦਿੱਤਾ ਗਿਆ ਆ। ਉਹੀ ਸੋਫਾ ਜਿਹੜਾ ਇੱਥੇ ਸਸਤਾ ਮਿਲ ਜਾਂਦਾ ਸੀ, ਪਰ ਹੁਣ ਚੀਨ ਤੋਂ ਫਰੇਟ ਇੰਨਾ ਮਹਿੰਗਾ ਕਰਤਾ ਕਿ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਆ ਉਹ ਵੀ ਵੱਧ ਗਈਆਂ। ਸੋ ਜੇ ਕੰਸਟਰਕਸ਼ਨ ਦਾ ਸਮਾਨ ਜਿਹੜਾ ਉਹ ਮਹਿੰਗਾ ਹੋ ਜਾਂਦਾ ਤਾਂ ਜ਼ਾਹਰ ਆ ਕਿ ਜਿਹੜਾ ਬਿਲਡਰ ਆ ਉਹਦੀ ਕੋਸਟ ਜਿਹੜੀ ਆ ਉਹ ਵੱਧ ਜਾਣੀ ਆ, ਅਤੇ ਜਿਹਦੇ ਨਾਲ ਕਿ ਘਰਾਂ ਦੀਆਂ ਕੀਮਤਾਂ ਘਟਣਗੀਆਂ ਜਾਂ ਵਧਣਗੀਆਂ। ਤੁਸੀਂ ਆਪ ਖੁਦ ਅੰਦਾਜ਼ਾ ਲਾ ਸਕਦੇ ਆ। ਇਸ ਤਰ੍ਹਾਂ ਕਈ ਇਹੋ ਜਿਹੇ ਬਿਲਡਰ ਵੀ ਹੈਗੇ ਆ ਜਿਨ੍ਹਾਂ ਨੇ ਆਪਣੇ ਪ੍ਰੋਜੈਕਟ ਹਾਲ ਦੀ ਘੜੀ ਰੋਕ ਦਿੱਤੇ ਆ। ਉਹਨਾਂ ਦਾ ਕਹਿਣਾ ਕਿ ਕੀਮਤਾਂ ਜਿਹੜੀਆਂ ਸਾਰੀ ਦੇ ਸਮਾਨ ਦੀਆਂ ਬਹੁਤ ਵੱਧ ਗਈਆਂ, ਅਸੀਂ ਅਫੋਰਡ ਹੀ ਨਹੀਂ ਕਰਦੇ। ਜਿਸ ਭਾਅ ਦੇ ਵਿੱਚ ਉਹਨਾਂ ਨੇ ਪ੍ਰੀ ਸੈੱਲ ਕੀਤੇ ਹੋਏ ਆ ਯੂਨਿਟ, ਜਦੋਂ ਉਹਨਾਂ ਨੇ ਉਹ ਵੇਚਣੇ ਆ, ਬਣਾਉਣ ਦੇ ਵਾਸਤੇ ਉਨਾ ਹੀ ਖਰਚਾ ਹੋ ਜਾਣਾ ਜਿੰਨੇ ਦੇ ਵਿੱਚ ਉਹਨਾਂ ਨੇ ਵੇਚੇ ਹੋਏ ਆ ਪਹਿਲਾਂ ਹੀ। ਇਸ ਕਰਕੇ ਕੋਈ ਪ੍ਰੋਫਿਟ ਨਹੀਂ ਹੈਗਾ। ਇਸ ਕਰਕੇ ਬੈਟਰ ਸੋਚ ਰਹੇ ਆ ਕਿ ਉਡੀਕ ਕਰ ਲਈ ਜਾਵੇ। ਸੋ ਇਹਦੇ ਨਾਲ ਕੀ ਹੋਣਾ ਕਿ ਜਿਹੜੀ ਘਰਾਂ ਦੀ ਹੈਗੀ ਆ ਸਪਲਾਈ, ਉਹਦੇ ਵਿੱਚ ਹੋਰ ਕੱਟ ਲੱਗਣਾ ਆ, ਉਹ ਹੋਰ ਘਰ ਜਿਹੜੇ ਆ ਨਵੇਂ ਥੋੜ੍ਹੇ ਬਣਨੇ ਆ, ਜਿਹਦੇ ਕਰਕੇ ਮਹਿੰਗਾਈ ਹੋਰ ਹੋਣ ਦੀ ਸੰਭਾਵਨਾ ਆ। ਇਹੋ ਜਿਹੀਆਂ ਗੱਲਾਂ ਬਾਤਾਂ ਖਾਣ ਪੀਣ ਦੇ ਸਮਾਨ ਨਾਲ ਸੰਬੰਧਿਤ ਨੇ। ਚਾਹੇ ਉਹ ਗੈਸ ਹੈਗਾ ਆ ਨਾਰਥ ਅਮਰੀਕਾ ਦੇ ਵਿੱਚ, ਉਹਦੀਆਂ ਕੀਮਤਾਂ ਫਿਰ ਵੱਧ ਗਈਆਂ। ਖਾਣ ਪੀਣ ਵਾਲਾ ਸਮਾਨ ਚਾਹੇ ਦੁੱਧ, ਬ੍ਰੈਡ, ਅੰਡੇ ਨੇ ਜਾਂ ਹੋਰ ਜਿਹੜਾ ਫਾਸਟ ਫੂਡ ਆ, ਉਹਦੀਆਂ ਕੀਮਤਾਂ ਵੀ ਆਲਮੋਸਟ ਡੇਢੀਆਂ ਦੇ ਕਰੀਬ ਜਿਹੜੀਆਂ ਹੋ ਗਈਆਂ। ਮਾਲੂਮ ਨਹੀਂ ਹੁੰਦੀਆਂ ਜਦੋਂ ਖਰੀਦਣ ਜਾਂਦੇ ਆ, ਫਿਰ ਪਤਾ ਲੱਗਦਾ। ਸੋ ਹੌਲੀ ਹੌਲੀ ਕੀ ਹੋ ਰਿਹਾ ਕਿ ਸਾਰੀ ਹੀ ਚੀਜ਼ਾਂ ਜਿਹੜੀਆਂ ਆ ਉਹ ਵੱਧ ਰਹੀਆਂ। ਚੀਨ ਵੱਲੋਂ ਜਿਹੜਾ ਸਮਾਨ ਸਪੈਸ਼ਲੀ ਤੌਰ ਦੇ ਉੱਤੇ ਆ ਰਿਹਾ ਉਹ ਕਾਫੀ ਮਹਿੰਗਾ ਹੋ ਰਿਹਾ, ਫਰੇਟ ਮਹਿੰਗਾ ਹੋ ਰਿਹਾ। ਕੀ ਚੀਨ ਜਿਹੜਾ ਆ ਨਾਰਥ ਅਮਰੀਕਾ ਨੂੰ ਸਬਕ ਸਿਖਾ ਰਿਹਾ ਆ, ਚੀਜ਼ਾਂ ਜਾਣ ਕੇ ਰੋਕ ਰਿਹਾ ਆ, ਮਹਿੰਗਾਈ ਜਾਣ ਕੇ ਵਧਾ ਰਿਹਾ ਆ, ਤਾਂ ਕਿ ਜਿਹੜਾ ਇਹਨਾਂ ਦਾ ਕੈਨੇਡਾ ਅਤੇ ਅਮਰੀਕਾ ਦਾ ਚੀਨ ਦੇ ਨਾਲ ਇਸ ਵੇਲੇ ਕੌਨਫਲਿਕਟ ਚੱਲ ਰਿਹਾ ਆ, ਉਹਦੇ ਵਾਸਤੇ ਕੁਝ ਕੀਤਾ ਜਾ ਸਕੇ। ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਸੰਬੰਧੀ ਚੱਲ ਰਹੀਆਂ, ਪਰ ਜਿਹੜੀ ਇੱਕ ਸੱਚਾਈ ਹੈ ਪੱਕੀ ਆ ਕਿ ਮਹਿੰਗਾਈ ਜਿਹੜੀ ਆ ਵੱਧ ਰਹੀ ਆ, ਅਤੇ ਮਹਿੰਗਾਈ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਧਣਾ ਆ। ਕਰੋਨਾ ਦੇ ਅਜੇ ਆਫਟਰ ਇਫੈਕਟਸ ਜਿਹੜੇ ਆ ਹਲੇ ਆਉਣ ਵਾਲੇ ਸਾਲਾਂ ਦੇ ਵਿੱਚ, ਆਉਣ ਵਾਲੇ ਮਹੀਨਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਹਲੇ ਇਹ ਵੀ ਸੋਚਾਂ ਪਈਆਂ ਹੋਈਆਂ ਕਿ ਜਿਹੜੀਆਂ ਰਕਮਾਂ ਸਰਕਾਰ ਨੇ ਵੰਡੀਆਂ, ਇੰਨੀਆਂ ਬਿਲੀਅਨਸ ਆਫ ਡਾਲਰਸ, ਟ੍ਰਿਲੀਅਨਸ ਆਫ ਡਾਲਰ ਕੈਨੇਡਾ ਅਮਰੀਕਾ 'ਚ ਵੰਡੇ ਆ, ਉਹ ਜਿਹੜੇ ਖਜ਼ਾਨੇ ਖਾਲੀ ਹੋਏ ਆ ਐਮਰਜੈਂਸੀ ਵਾਲੇ, ਉਹ ਵੀ ਭਰਨੇ ਆ ਸਰਕਾਰ ਨੇ। ਟੈਕਸ ਵੀ ਵਧਣੇ ਆ। ਉਹ ਇਹੋ ਜਿਹੀਆਂ ਚੀਜ਼ਾਂ ਵਧਾ ਕੇ ਹੀ ਜਿਹੜੇ ਆ ਟੈਕਸ ਅਤੇ ਹੋਰ ਘਾਟੇ ਜਿਹੜੇ ਆ ਉਹ ਪੂਰੇ ਕੀਤੇ ਜਾਣੇ ਆ। ਸੋ ਆਉਣ ਵਾਲੇ ਸਾਲਾਂ ਦੇ ਵਿੱਚ ਮਹਿੰਗਾਈ ਜਿਹੜੀ ਨਾਰਥ ਅਮਰੀਕਾ ਦੇ ਵਿੱਚ ਨਵੀਆਂ ਬੁਲੰਦੀਆਂ ਛੂਹ ਸਕਦੀ ਆ।
ਇਹਦੇ ਨਾਲ ਹੀ ਇੱਕ ਰਿਪੋਰਟ ਜਿਹੜੀ ਹੋਰ ਆਈ ਆ ਕਿ ਉੱਤਰੀ ਅਮਰੀਕਾ ਦੇ ਵਿੱਚ, ਕੈਨੇਡਾ ਅਮਰੀਕਾ ਦੇ ਵਿੱਚ ਟਰੱਕ ਚਾਲਕਾਂ ਦੀ ਜਿਹੜੀ ਆ ਬਹੁਤ ਵੱਡੀ ਪੱਧਰ ਦੇ ਉੱਤੇ ਛੋਟ ਆ ਰਹੀ ਆ। ਇਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਦੋਂ ਕਰੋਨਾ ਹਜੇ ਸ਼ੁਰੂ ਨਹੀਂ ਸੀ ਤਾਂ ਉਸ ਵੇਲੇ 61,000 ਦੇ ਕਰੀਬ ਡਰਾਈਵਰ ਇਕੱਲੇ ਅਮਰੀਕਾ ਦੇ ਵਿੱਚ ਚਾਹੀਦੇ ਸੀਗੇ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਇੱਥੋਂ ਦੇ ਜੰਪਲਾਂ ਦੀ ਨਵੀਂ ਪੀੜ੍ਹੀ ਖਾਸ ਕਰਕੇ ਉਹ ਟਰੱਕ ਚਲਾ ਕੇ ਖੁਸ਼ ਨਹੀਂ। ਜਿਹੜੇ ਇਮੀਗ੍ਰੈਂਟਸ ਨਵੇਂ ਆਉਂਦੇ ਆ ਉਹੀ ਟਰੱਕ ਚਲਾ ਕੇ ਜਿਹੜੇ ਆ ਖੁਸ਼ ਆ। ਬਹੁਤ ਥੋੜ੍ਹੇ ਲੋਕ ਲੋਕਲ ਜਿਹੜੇ ਆ ਉਹ ਟਰੱਕ ਚਲਾਉਂਦੇ ਆ। ਜਿਹੜੇ ਲੋਕ ਪਹਿਲਾਂ ਟਰੱਕ ਚਲਾ ਰਹੇ ਆ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਜਿਹੜੀ ਆ ਰਿਟਾਇਰ ਹੋਣ ਵੱਲ ਵੱਧ ਰਹੀ ਆ ਤੇ ਉਹ ਟਰੱਕ ਚਲਾਉਣਾ ਜਿਹੜਾ ਛੱਡ ਰਹੇ ਆ, ਜਿਸ ਕਰਕੇ ਇਹ ਵੱਡੀ ਸ਼ਾਰਟੇਜ ਜਿਹੜੀ ਆ ਰਹੀ ਆ। ਤੇ ਇਸ ਦੇ ਹਿਸਾਬ ਦੇ ਨਾਲ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਜਿਹੜਾ ਅਗਲਾ ਦਹਾਕਾ ਆ, ਅਗਲੇ 10 ਸਾਲਾਂ ਦੇ ਵਿੱਚ ਕੈਨੇਡਾ ਅਮਰੀਕਾ ਨੂੰ 10 ਲੱਖ ਟਰੱਕ ਚਾਲਕਾਂ ਦੀ ਹੋਰ ਲੋੜ ਆ। ਸੋ ਇਹ ਟਰੱਕ ਚਾਲਕਾਂ ਦੀ ਜਿਹੜੀ ਪੂਰਤੀ ਸਰਕਾਰ ਨੇ ਕੀ ਦੁਬਈ ਤੋਂ ਟਰੱਕ ਚਾਲਕ ਜਾਂ ਹੋਰ ਮੁਲਕਾਂ ਤੋਂ ਟਰੱਕ ਚਾਲਕ ਲਿਆ ਕੇ ਕਰਨੀ ਆ, ਇੱਥੋਂ ਟਰੱਕ ਚਾਲਕ ਪੈਦਾ ਕਰਨੇ ਆ, ਇਹਦੇ ਬਾਰੇ ਹੁਣ ਵੱਡੀਆਂ ਸੋਚਾਂ ਪਈਆਂ ਆ। ਤੇ ਸ਼ਾਇਦ ਇਹੀ ਕਾਰਨ ਹੈ ਕਿ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਵੇਂ ਟੈਸਲਾ ਆ ਜਾਂ ਵੋਲਵੋ ਆ, ਉਹ ਬਿਨਾਂ ਚਾਲਕ ਤੋਂ ਜਿਹੜੇ ਟਰੱਕ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਕਿ ਅਜਿਹੇ ਟਰੱਕ ਤਿਆਰ ਕੀਤੇ ਜਾਣ ਜਿਹੜੇ ਡੋਕ ਟੂ ਡੋਕ ਜਾਣ ਅਤੇ ਉਹਨਾਂ ਦੇ ਵਿੱਚ ਡਰਾਈਵਰ ਦੀ ਲੋੜ ਹੀ ਨਾ ਹੋਵੇ, ਬਸ ਸਮਾਨ ਲੱਦ ਦਿਓ। ਉਦੋਂ ਬਾਅਦ ਜਿਵੇਂ ਕਾਰਾਂ ਆਟੋ ਪਾਇਲਟ ਆ ਰਹੀਆਂ, ਇਵੇਂ ਟਰੱਕ ਜਿਹੜੇ ਉਹ ਆਟੋ ਪਾਇਲਟ ਹੋਣ ਅਤੇ ਬੰਦੇ ਦੀ ਜਿਹੜੀ ਆ ਲੋੜ ਹੀ ਨਾ ਰਹੇ। ਇਸ ਕਰਕੇ ਜਿਹੜਾ ਇਹ 10 ਜਿਹੜਾ ਲੱਖ ਟਰੱਕ ਚਾਲਕ ਚਾਹੀਦਾ ਅਗਲੇ 10 ਸਾਲਾਂ ਦੇ ਵਿੱਚ, ਉਹਦੀ ਘਾਟ ਜਿਹੜੀ ਇਮੀਗ੍ਰੈਂਟ ਸੱਦ ਕੇ ਕਹਿੰਦੇ ਨਹੀਂ ਪੂਰੀ ਹੋਣੀ। ਇਹੋ ਜਿਹੀਆਂ ਟੈਕਨੀਕਸ ਜਿਹੜੀਆਂ ਆ ਉਹਨਾਂ ਦਾ ਇਸਤੇਮਾਲ ਕਰਕੇ ਹੀ ਇਹ ਘਾਟ ਜਿਹੜੀ ਆ ਉਹ ਪੂਰੀ ਹੋ ਸਕਦੀ ਆ। ਕਿਉਂਕਿ ਦੇਖਣ ਵਿੱਚ ਕੀ ਆ ਰਿਹਾ ਕਿ ਜਿਹੜੀ ਘਰਾਂ ਦੇ ਵਿੱਚ ਡਿਲੀਵਰੀ ਸਿਸਟਮ ਆ ਉਹ ਬਹੁਤ ਪਾਪੂਲਰ ਹੋ ਰਿਹਾ ਆ। ਸਮਾਨ ਦੀ ਢੋਆ ਢੁਆਈ ਲਈ ਫਿਰ ਡਰਾਈਵਰ ਜਿਹੜੇ ਆ ਹੋਰ ਚਾਹੀਦੇ ਆ, ਕਿਉਂਕਿ ਹਰੇਕ ਚਾਹੇ ਕਿਸੇ ਨੇ ਖਾਣਾ ਮੰਗਵਾਉਣਾ ਆ, ਚਾਹੇ ਕੋਈ ਕੱਪੜਾ ਮੰਗਵਾਉਣਾ ਆ, ਜਾਂ ਕੋਈ ਘਰ 'ਚ ਰੱਖਣ ਵਾਲੀ ਹੋਰ ਚੀਜ਼ ਮੰਗਵਾਉਣੀ ਆ, ਸ਼ਾਪਿੰਗ ਕਰਨ ਦੀ ਬਜਾਏ ਔਨਲਾਈਨ ਸ਼ਾਪਿੰਗ ਨੂੰ ਤਰਜੀਹ ਦੇ ਰਿਹਾ ਆ। ਅਤੇ ਸਮਾਨ ਦੀ ਇੱਧਰ ਉੱਧਰ ਢੋਆ ਢੁਆਈ ਜਿਹੜੀ ਆ ਫਿਰ ਟਰੱਕਾਂ 'ਤੇ ਅਤੇ ਗਾਹਾਂ ਛੋਟੀਆਂ ਗੱਡੀਆਂ 'ਤੇ ਹੋਣੀ ਆ, ਜਿਨ੍ਹਾਂ ਦੇ ਵਾਸਤੇ ਡਰਾਈਵਰ ਜਿਹੜੇ ਆ ਉਹਨਾਂ ਦੀ ਲੋੜ ਹੁਣ ਪੈਂਦੀ ਹੀ ਰਹਿਣੀ ਆ। ਇਸੇ ਦੌਰਾਨ ਜੇ ਗੱਲ ਕਰੀਏ ਆਪਾਂ ਇਜ਼ਰਾਈਲ ਅਤੇ ਫਲਸਤੀਨ ਦੀ, ਤਾਂ ਉੱਥੇ ਜੰਗ ਵਰਗਾ ਮਾਹੌਲ ਜਿਹੜਾ ਬਣਿਆ ਹੋਇਆ ਆ। ਹਮਲਾ ਜਿਹੜਾ ਹਮਾਸ ਜਥੇਬੰਦੀ ਆ ਜਾਂ ਫਲਸਤੀਨ ਦੇ ਗਰੀਲੇ ਆ, ਉਹ ਇਜ਼ਰਾਈਲ ਦੇ ਉੱਤੇ ਜਿੰਨੇ ਕੁ ਉਹਨਾਂ ਕੋਲ ਸਾਧਨ ਹੈਗੇ ਆ ਰੋਕਟ ਵਗੈਰਾ ਛੱਡ ਰਹੇ ਆ। ਅਤੇ ਦੂਜੇ ਪਾਸਿਓਂ ਜਿਹੜਾ ਇਜ਼ਰਾਈਲ ਆ ਉਹ ਆਪਣੀ ਫੁੱਲ ਕੈਪੈਸਿਟੀ ਦੇ ਨਾਲ ਮਿਲਟਰੀ ਅਟੈਕ ਜਿਹੜੇ ਆ ਫਲਸਤੀਨ ਦੇ ਉੱਤੇ ਕਰ ਰਿਹਾ ਆ। ਦੇਖਣ ਵਿੱਚ ਇਹ ਆ ਰਿਹਾ ਆ ਕਿ ਇੱਕ ਇੱਕ ਬੰਦੇ ਨੂੰ ਮਾਰਨ ਦੇ ਵਾਸਤੇ ਜਿਹੜੀਆਂ ਮਿਜ਼ਾਈਲਾਂ ਸਿੱਟੀਆਂ ਜਾ ਰਹੀਆਂ ਕਿ ਜਿਹਦੇ ਨਾਲ ਪੂਰੀ ਦੀ ਪੂਰੀ ਅਪਾਰਟਮੈਂਟ ਜਿਹੜੀ ਆ ਡਿੱਗ ਪੈਂਦੀ ਆ। ਅਨੇਕਾਂ ਲੋਕ ਜਿਹੜੇ ਬੇਘਰ ਹੋ ਜਾਂਦੇ ਆ, ਨਿਰਦੋਸ਼ ਲੋਕ, ਬੱਚੇ ਖਾਸ ਕਰਕੇ, ਔਰਤਾਂ ਮਾਰੇ ਜਾ ਰਹੇ। ਹੁਣ ਤੱਕ ਦੀਆਂ ਰਿਪੋਰਟਾਂ ਦੇ ਮੁਤਾਬਕ 60 ਤੋਂ ਉੱਪਰ ਲੋਕ ਜਿਹੜੇ ਫਲਸਤੀਨ ਦੇ ਵਿੱਚ ਇਹਨਾਂ ਹਮਲਿਆਂ ਦੇ ਕਾਰਨ, ਇਜ਼ਰਾਈਲ ਦੇ ਹਮਲਿਆਂ ਦੇ ਕਾਰਨ ਮਾਰੇ ਜਾ ਚੁੱਕੇ ਆ। ਇਹਨਾਂ ਵਿੱਚ ਵੱਡੀ ਗਿਣਤੀ ਜਿਹੜੀ ਆ ਉਹ ਨਿਰਦੋਸ਼ ਲੋਕਾਂ ਦੀ ਹੈ। ਅਤੇ ਦੁਨੀਆ ਭਰ ਦੇ ਵਿੱਚ ਇਜ਼ਰਾਈਲ ਨੂੰ ਨੱਥ ਪਾਉਣ ਦੀ ਜਿਹੜੀ ਆ ਗੱਲ ਚੱਲ ਰਹੀ ਆ। ਚਾਹੇ ਨਿਊਯਾਰਕ ਦੀ ਗੱਲ ਕਰ ਲਓ, ਚਾਹੇ ਵੈਨਕੂਵਰ ਦੀ, ਅਤੇ ਚਾਹੇ ਲੰਡਨ ਦੀ ਗੱਲ ਕਰ ਲਓ। ਲੋਕ ਬਾਹਰ ਨਿਕਲ ਕੇ ਮੁਜ਼ਾਹਰੇ ਕਰਨ ਲੱਗੇ ਆ ਕਿ ਇਜ਼ਰਾਈਲ ਜਿਹੜਾ ਉਹ ਬੇਕਾਬੂ ਹੋ ਰਿਹਾ ਆ, ਫਲਸਤੀਨੀਆਂ ਦੇ ਉੱਤੇ ਧੱਕਾ ਕੀਤਾ ਜਾ ਰਿਹਾ, ਉਹਨਾਂ ਦੀ ਜ਼ਮੀਨ ਖੋਹੀ ਜਾ ਰਹੀ ਆ, ਉਹਨਾਂ ਦਾ ਧਰਮ, ਉਹਨਾਂ ਦੀ ਬੋਲੀ ਜਿਹੜੀ ਆ ਉਹਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਅਤੇ ਉੱਤੋਂ ਉਹਨਾਂ ਨੂੰ ਮਾਰਿਆ ਜਾ ਰਿਹਾ ਆ। ਇਸ ਕਰਕੇ ਦੁਨੀਆ ਦੇ ਜਿਹੜੇ ਵੱਡੇ ਮੁਲਕ ਆ ਬੋਲਣ, ਪਰ ਦੁਨੀਆ ਦੇ ਵੱਡੇ ਮੁਲਕ ਜਿਹੜੇ ਆ ਇਜ਼ਰਾਈਲ ਅੱਗੇ ਚੂੰ ਨਹੀਂ ਕਰਦੇ। ਅਤੇ ਇਸੀ ਕਾਰਨ ਹੈਗਾ ਕਿ ਜਿਹੜਾ ਇਜ਼ਰਾਈਲ ਆ ਪੂਰੀ ਧੱਕੇਸ਼ਾਹੀ ਦੇ ਨਾਲ ਫਲਸਤੀਨੀਆਂ ਨੂੰ ਦਬਾਉਣ ਲੱਗਾ ਹੋਇਆ ਜੀ। ਅਤੇ ਇਸ ਵੇਲੇ ਜਿਵੇਂ ਫੁੱਲ ਸਕੇਲ ਜੰਗ ਚੱਲ ਰਹੀ ਹੁੰਦੀ ਆ, ਇਹੋ ਜਿਹਾ ਮਾਹੌਲ 2014 ਤੋਂ ਬਾਅਦ ਇੱਕ ਵਾਰੀ ਫਿਰ ਗਾਜ਼ਾ ਸਟ੍ਰਿਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ। ਇਸੇ ਤਰ੍ਹਾਂ ਗੱਲ ਕਰਾਂਗੇ ਆਪਾਂ ਬਠਿੰਡਾ ਦੀ। ਬਠਿੰਡਾ ਦੇ ਵਿੱਚ ਇੱਕ ਪੁਲਿਸ ਦੇ ਥਾਣੇਦਾਰ ਦੀ ਜਿਹੜੀ ਆ ਚਰਚਾ ਬੜੀ ਚੱਲ ਰਹੀ ਆ। ਇਹ ਥਾਣੇਦਾਰ ਜੋ ਕਿ ਬਲੈਕਮੇਲ ਕਰਕੇ ਇੱਕ ਔਰਤ ਨੂੰ ਜਿਹੜਾ ਆ ਤੰਗ ਪਰੇਸ਼ਾਨ ਕਰ ਰਿਹਾ ਸੀਗਾ, ਉਸ ਔਰਤ ਨੇ ਕੁਝ ਲੋਕਾਂ ਤੱਕ ਪਹੁੰਚ ਕੀਤੀ ਅਤੇ ਉਸ ਤੋਂ ਬਾਅਦ ਇਹ ਥਾਣੇਦਾਰ ਜਿਹੜਾ ਆ ਰੰਗੇ ਹੱਥੀਂ ਫੜਿਆ ਗਿਆ। ਇਸ ਨੇ ਇੱਕ ਵਾਰੀ ਪੁਲਿਸ ਦਾ ਕਰੂਰ ਚਿਹਰਾ ਨੰਗਾ ਕੀਤਾ ਕਿ ਕਿਵੇਂ ਪੁਲਿਸ ਦੇ ਵਿੱਚ ਕੁਝ ਅਜਿਹੇ ਅਧਿਕਾਰੀ, ਕੁਝ ਅਫਸਰ ਮੌਜੂਦ ਹੈਗੇ ਆ ਜਿਹੜੇ ਕਿ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ, ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਬਜਾਏ ਉਹਨਾਂ ਨੂੰ ਧੱਕੇ ਦੇ ਨਾਲ ਜਿਹੜਾ ਉਹਦੀਆਂ ਪੱਤਾਂ ਲੁੱਟਦੇ ਆ, ਉਹਨਾਂ ਨੂੰ ਜ਼ਲੀਲ ਕਰਦੇ ਆ, ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ। ਇਹ ASI ਗੁਰਵਿੰਦਰ ਸਿੰਘ ਜਿਹੜਾ ਕਿ ਬਠਿੰਡਾ ਦੇ CIA ਥਾਣੇ ਦੇ ਵਿੱਚ ਤੈਨਾਤ ਦੱਸਿਆ ਜਾ ਰਿਹਾ ਸੀਗਾ, ਇੱਕ ਵਿਧਵਾ ਔਰਤ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ, ਉਸ ਨੂੰ ਧੱਕੇ ਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਸੀਗਾ। ਜਦੋਂ ਵੱਸ ਨਾ ਚੱਲਿਆ ਤਾਂ ਉਸ ਤੋਂ ਬਾਅਦ ਉਸ ਵਿਧਵਾ ਔਰਤ ਦੇ 20 ਸਾਲਾ ਨੌਜਵਾਨ ਜਿਹੜਾ ਕਿ ਡਿਪਲੋਮਾ ਕਰਦਾ ਆ, ਉਹਦੇ ਉੱਤੇ ਨਸ਼ੇ ਦਾ ਝੂਠਾ ਕੇਸ ਜਿਹੜਾ ਉਹ ਘਰ ਪਹੁੰਚ ਕੇ ਸਮਾਨ ਕੋਲੋਂ ਰੱਖ ਕੇ ਪਾ ਦਿੱਤਾ ਗਿਆ। ਕਰੋਨਾ ਦਾ ਮਰੀਜ਼ ਬਣ ਚੁੱਕੇ ਇਸ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਤੋਂ ਬਾਅਦ ਇਸ ਔਰਤ ਨੇ 1 ਲੱਖ ਰੁਪਈਆ ਦੇ ਕੇ ਉਸ ਨੌਜਵਾਨ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਆਪਣੇ ਪੁੱਤਰ ਨੂੰ, ਪਰ ਫਿਰ ਵੀ
ਇਹ ਜਿਹੜਾ ਆ ਮੰਨਿਆ ਨਾ, ਤੇ ਅਖੀਰ ਫਿਰ ਉਸਨੇ ਕੁਝ ਮੋਹਤਬਰਾਂ ਦੇ ਨਾਲ ਰਲ ਕੇ ਇੱਕ ਪਲਾਨ ਬਣਾਇਆ, ਜਿੱਥੇ ਕਿ ਉਹਨੇ ਥਾਣੇਦਾਰ ਗੁਰਵਿੰਦਰ ਸਿੰਘ ਨੂੰ ਰੰਗੇ ਹੱਥੀਂ ਜਿਹੜਾ ਆ ਫੜਿਆ ਗਿਆ ਆ। ਅੱਜ ਇਹ ਵੀਡੀਓ, ਇਹ ਖਬਰਾਂ ਜਿਹੜੀਆਂ ਆ ਪੂਰੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਆ। ਹੁਣ ਖਬਰਾਂ ਇਹ ਆ ਰਹੀਆਂ ਕਿ ਜਿਹੜੇ ਪੁਲਿਸ ਦੇ ਵੱਡੇ ਅਧਿਕਾਰੀ ਆ, ਉਹ ਪਹਿਲੀ ਗੱਲ ਤਾਂ ਪਰਚਾ ਦਰਜ ਉਹਨਾਂ ਨੇ ਕਰ ਲਿਆ ਆ। ਇਸ ਦੇ ਨਾਲ ਹੀ ਜਿਹੜੇ ਲੋਕ ਨੇ ਉਹ ਮੰਗ ਕਰ ਰਹੇ ਕਿਸੇ ਥਾਣੇਦਾਰ ਦੀ ਵਰਦੀ ਲਾ ਕੇ ਇਹਨੂੰ ਘਰ ਤੋਰਿਆ ਜਾਵੇ। ਉਸ ਸੰਬੰਧੀ ਹੁਣ ਪੰਜਾਬ ਪੁਲਿਸ, ਪੰਜਾਬ ਸਰਕਾਰ ਕੀ ਕਰਦੀ ਆ, ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣ ਵਾਲੀ ਗੱਲ ਹੋਊਗੀ। ਪਰ ਇਸ ਦੇ ਨਾਲ ਹੀ ਕੁਝ ਪੁਲਿਸ ਆਫੀਸਰ ਅਜਿਹੇ ਵੀ ਹੈਗੇ ਜਿਹੜੇ ਰਿਟਾਇਰ ਹੋ ਚੁੱਕੇ ਆ, ਉਹ ਸ਼ਰੇਆਮ ਸੋਸ਼ਲ ਮੀਡੀਆ ਉੱਤੇ ਦੱਸ ਰਹੇ ਆ ਕਿ ਇਹ ਵਰਤਾਰਾ ਪੰਜਾਬ ਪੁਲਿਸ ਦੇ ਵਿੱਚ ਆਮ ਗੱਲ ਹੈਗੀ ਆ। ਪੁਲਿਸ ਦੇ ਅਫਸਰ ਜਿਹੜੇ ਆ ਉਹ ਬਾਹਰ ਲੋਕਾਂ ਨੂੰ ਹੀ ਨਹੀਂ, ਬਲਕਿ ਪੁਲਿਸ ਦੇ ਆਫੀਸਰ ਜਿਹੜੇ ਆ ਪੁਲਿਸ ਦੇ ਛੋਟੇ ਅਫਸਰਾਂ ਨੂੰ, ਛੋਟੇ ਕਰਮਚਾਰੀਆਂ ਨੂੰ ਵੀ ਇਸੇ ਤਰ੍ਹਾਂ ਜਲੀਲ ਕਰਦੇ ਆ। ਉਹਨਾਂ ਨੂੰ ਬਹੁਤ ਕੁਝ ਗਲਤ ਕਰਨ ਦੇ ਵਾਸਤੇ ਮਜਬੂਰ ਕੀਤਾ ਜਾਂਦਾ। ਸਿਰਫ ਪੁਲਿਸ ਅਧਿਕਾਰੀ ਨਹੀਂ, ਜੱਜ ਤੱਕ ਜਿਹੜੇ ਆ ਉਹ ਅਜਿਹਾ ਸ਼ੋਸ਼ਣ ਜਿਹੜੀਆਂ ਪੀੜਤ ਪਰਿਵਾਰਾਂ ਦੀਆਂ ਔਰਤਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਤਰ੍ਹਾਂ ਬਲੈਕਮੇਲ ਕੀਤਾ ਜਾਂਦਾ ਆ, ਤਾਂ ਜਾ ਕੇ ਕਈ ਵਾਰੀ ਜਿਹੜੇ ਆ ਲੋਕਾਂ ਦੇ ਫੜੇ ਹੋਏ ਪਰਿਵਾਰਜਨ ਹੈਗੇ ਉਹਨਾਂ ਦਾ ਛੁਟਕਾਰਾ ਹੁੰਦਾ। ਸੋ ਇੱਕ ਬਹੁਤ ਹੀ ਘਿਨਾਉਣਾ ਜਿਹੜਾ ਆ ਚਿਹਰਾ ਪੁਲਿਸ ਦਾ, ਉਹ ਇਸ ਕੇਸ ਦੇ ਰਾਹੀਂ ਜਿਹੜਾ ਆ ਉਹ ਨੰਗਾ ਹੋਇਆ। ਤੇ ਅਖੀਰ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਅਤੇ ਪੰਜਾਬ ਦੇ ਵਿੱਚ ਕਰੋਨਾ ਦੀ। ਭਾਰਤ ਦੇ ਵਿੱਚ ਇਸ ਵੇਲੇ ਕਰੋਨਾ ਦੇ ਕੇਸ ਜਿਹੜੇ ਆ ਉਹ ਲਗਾਤਾਰ ਵੱਧਦੇ ਜਾ ਰਹੇ ਆ, ਤੇ ਕੇਸ ਜਿਹੜੇ ਵਧਣ ਦੇ ਕਾਰਨ ਪੂਰੇ ਦੁਨੀਆ ਦੇ ਵਿੱਚ ਹਾਹਾਕਾਰ ਜਿਹੜੀ ਆ ਮੱਚੀ ਹੋਈ ਆ। ਦੁਨੀਆ ਫਿਕਰ ਕਰ ਰਹੀ ਆ, ਪਰ ਭਾਰਤ ਦੀ ਮੋਦੀ ਸਰਕਾਰ ਨੂੰ ਇਹਦਾ ਇੰਨਾ ਫਿਕਰ ਜਿਹੜਾ ਨਹੀਂ ਹੋ ਰਿਹਾ। ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲੇ, ਬਿਆਨਬਾਜ਼ੀ ਕਰਨ ਵਾਲੇ ਨਾ ਮੋਦੀ ਸਾਹਿਬ ਬੋਲ ਰਹੇ ਆ, ਤੇ ਨਾ ਅਮਿਤ ਸ਼ਾਹ ਹੁਣੀ ਕਿਤੇ ਕੁਸਕ ਰਹੇ ਆ ਜੀ। ਭਾਰਤ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਕੇਸ ਜਿਹੜੇ ਬੜੀ ਤੇਜ਼ੀ ਦੇ ਨਾਲ ਵਧਣ ਲੱਗੇ ਆ। ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਅਗਲਾ ਹਫ਼ਤਾ ਬੜਾ ਸੀਰੀਅਸ ਆ। ਪੰਜਾਬ ਨੇ ਮੌਤਾਂ ਦੇ ਸਾਰੇ ਰਿਕਾਰਡ ਜਿਹੜੇ ਇਸ ਵੇਲੇ ਤੋੜ ਦਿੱਤੇ ਆ। ਇੱਕ ਦਿਨ ਦੇ ਵਿੱਚ 217 ਮੌਤਾਂ ਜਿਹੜੀਆਂ ਪੰਜਾਬ ਦੇ ਅੰਦਰ ਹੋਈਆਂ। 8668 ਨਵੇਂ ਪੋਜ਼ੀਟਿਵ ਕੇਸ ਜਿਹੜੇ ਮਿਲੇ ਆ। ਜੇਕਰ ਹੁਣ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਪੰਜਾਬ, ਤਾਂ ਉਹ ਅਕਸਰ ਇਹ ਦੱਸ ਰਹੇ ਆ ਕਿ ਸਾਡੇ ਪਿੰਡ 4 ਮੌਤਾਂ ਹੋ ਗਈਆਂ, ਸਾਡੇ ਸ਼ਹਿਰ ਦੇ ਵਿੱਚ 3 ਮੌਤਾਂ ਹੋ ਗਈਆਂ। ਸੋ ਮੌਤਾਂ ਦੀ ਗਿਣਤੀ ਜਿਹੜੀ ਕਾਫੀ ਵੱਧ ਰਹੀ ਆ। ਪੰਜਾਬ ਦੇ ਵਿੱਚ ਕਰੋਨਾ ਇਸ ਵੇਲੇ ਪੂਰਾ ਜ਼ੋਰ ਫੜ ਰਿਹਾ ਆ। ਖੁਦ ਸਰਕਾਰੀ ਜਿਹੜੇ ਅੰਕੜੇ ਦੱਸ ਰਹੇ ਆ, ਹਾਲਾਂਕਿ ਗੈਰ ਸਰਕਾਰੀ ਅੰਕੜੇ ਦੇ ਮੁਤਾਬਕ ਮੌਤਾਂ ਦੀ ਗਿਣਤੀ ਕਿਤੇ ਜ਼ਿਆਦਾ ਆ। ਉਹ ਕਹਿ ਰਹੇ ਆ ਕਿ 217 ਦੇ ਵਿੱਚੋਂ ਇਕੱਲੀਆਂ ਜਿਹੜੀਆਂ 30 ਮੌਤਾਂ ਲੁਧਿਆਣੇ ਜ਼ਿਲ੍ਹੇ ਵਿੱਚ ਹੋਈਆਂ। ਇਸ ਦੇ ਨਾਲ ਬਠਿੰਡਾ ਜ਼ਿਲ੍ਹੇ ਵਿੱਚ 27 ਮੌਤਾਂ, ਅੰਮ੍ਰਿਤਸਰ ਅਤੇ ਪਟਿਆਲਾ 'ਚ 17 ਮੌਤਾਂ, ਸੰਗਰੂਰ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਵਿੱਚ 13 ਮੌਤਾਂ, ਫਾਜ਼ਿਲਕਾ ਜ਼ਿਲ੍ਹੇ 'ਚ 12, ਫਿਰੋਜ਼ਪੁਰ 'ਚ 10, ਗੁਰਦਾਸਪੁਰ, ਹੁਸ਼ਿਆਰਪੁਰ, ਮੋਹਾਲੀ, ਜਲੰਧਰ ਜ਼ਿਲ੍ਹਿਆਂ 'ਚ 9 ਮੌਤਾਂ ਹੋਈਆਂ। ਪਠਾਨਕੋਟ ਅਤੇ ਫਰੀਦਕੋਟ ਦੇ ਵਿੱਚ 8 ਮੌਤਾਂ ਹੋਣ ਦੀ ਖਬਰ ਹੈ। ਕਪੂਰਥਲਾ 'ਚ 5, ਨਵਾਂਸ਼ਹਿਰ, ਤਰਨਤਾਰਨ, ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ 'ਚ 4 ਅਤੇ ਰੋਪੜ ਦੇ ਵਿੱਚ 2 ਮੌਤਾਂ ਹੋਣ ਦੀ ਪੁਸ਼ਟੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਜਿਹੜੀ ਆ ਉਹ ਕੀਤੀ ਗਈ ਹੈ। ਗੈਰ ਸਰਕਾਰੀ ਅੰਕੜੇ ਜਿਹੜੇ ਮੌਤਾਂ ਦੀ ਗਿਣਤੀ 5 ਤੋਂ 10 ਗੁਣਾ ਦੱਸ ਰਹੇ ਆ। ਸੋ ਪੂਰੀ ਦੁਨੀਆ ਜਿਹੜੀ ਆ ਚਿੰਤਤ ਹੈ। ਇਹ ਦੌਰਾਨ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਇਹ ਖਦਸ਼ਾ ਪ੍ਰਗਟਾਇਆ ਗਿਆ ਆ ਕਿ ਜੇ ਭਾਰਤ ਦੇ ਵਿੱਚ ਹਾਲਾਤ ਜਿਹੜੇ ਅਗਲੇ 4-5 ਦਿਨਾਂ ਵਿੱਚ ਨਾ ਸੁਧਰੇ, ਤਾਂ ਜਿਹੜਾ ਆ ਇਹ ਹੋਰ ਵਿਗੜ ਜਾਣਗੇ। ਕਮਿਊਨਿਟੀ ਟਰਾਂਸਮਿਸ਼ਨ ਦੇ ਵਿੱਚ ਇਹ ਕੇਸ ਜਿਹੜੇ ਆ ਵਿਗੜ ਜਾਣਗੇ, ਜਿਹਦੇ ਦੌਰਾਨ ਕੀ ਹੋਣਾ ਕਿ ਭਾਰਤ ਵਿੱਚ ਆਬਾਦੀ ਬਹੁਤ ਸੰਘਣੀ ਆ। ਪੂਰੇ ਪਿੰਡ ਨੂੰ, ਪੂਰੇ ਦੇ ਪੂਰੇ ਸ਼ਹਿਰ ਨੂੰ ਜਿਹੜਾ ਕਰੋਨਾ ਆ ਉਹ ਆਪਣੀ ਜਕੜ ਵਿੱਚ ਲੈ ਸਕਦਾ, ਜਿਸ ਦੇ ਕਾਰਨ ਮਰੀਜ਼ਾਂ ਦੀ ਅਤੇ ਮੌਤਾਂ ਦੀ ਗਿਣਤੀ ਜਿਹੜੀ ਹੈ ਇੰਨੀ ਵੱਧ ਸਕਦੀ ਆ ਕਿ ਹਰ ਰੋਜ਼ ਭਾਰਤ ਵਿੱਚ 50,000 ਮੌਤਾਂ ਵੀ ਹੋ ਸਕਦੀਆਂ। ਸੋ ਇਹ ਬੜੇ ਦਿਲ ਕੰਬਾਊ ਅੰਕੜੇ ਜਿਹੜੇ ਆ ਉਹ ਦਿੱਤੇ ਗਏ ਆ। ਸੋ ਇਹਦਾ ਨਾਲ ਦੀ ਨਾਲ ਹੱਲ ਵੀ ਇਹੀ ਦੱਸਿਆ ਗਿਆ ਕਿ ਲੋਕ ਜਿਹੜੇ ਇਕਾਂਤਵਾਸ ਕਰਨ, ਘੱਟ ਮਿਲਣ ਗਿਲਣ, ਜਿਹੜੀਆਂ ਸਰਕਾਰ ਨੇ ਪਾਬੰਦੀਆਂ ਲਾਈਆਂ ਹੋਈਆਂ ਉਹਨਾਂ ਦੀ ਪਾਲਣਾ ਕਰਨ, ਜੋ ਵੀ ਦਵਾਈਆਂ ਬਚਾਅ ਕਰਦੀਆਂ ਕਰੋਨਾ ਤੋਂ ਉਹ ਬਚਾਅ ਕਰਨ ਦੀ ਕੋਸ਼ਿਸ਼ ਕਰਨ। ਜਿਹੜੀਆਂ ਅਫਵਾਹਾਂ ਚੱਲ ਰਹੀਆਂ ਕਰੋਨਾ ਕੋਈ ਚੀਜ਼ ਹੈ ਨਹੀਂ, ਇਹ 5G ਕਰਕੇ ਹੋ ਰਿਹਾ, ਇਹਨਾਂ ਅਫਵਾਹਾਂ ਤੋਂ ਬਚਣ ਅਤੇ ਆਪਣਾ ਜਿਹੜਾ ਬਚਾਅ ਕਰਨ ਦੇ ਵਿੱਚ ਹੀ ਉਹ ਕੋਸ਼ਿਸ਼ ਕਰਨ, ਤਾਂ ਕਿ ਕਰੋਨਾ ਦਾ ਪੁਹਾਰਾ ਜਿਹੜਾ ਆ ਉਹ ਘੱਟ ਸਕੇ। ਇੱਥੇ ਹੀ ਇਹ ਖਬਰਾਂ ਦਾ ਤੇ ਤਬਸਰਾ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ ਲੈ ਕੇ ਤੁਹਾਡੇ ਲਈ ਫਿਰ ਪੇਸ਼ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। The Sahura Show is brought to you by Mahindra Jewelers and Fibertech.